ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਮਤਲਬ ਕਿ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਆਪਾਂ ਇਹੋ ਜਿਹੀਆਂ ਚੀਜ਼ਾਂ ਵੀ ਡਿਸਕਵਰ ਕਰ ਲਈਆਂ ਜਿਨ੍ਹਾਂ ਨੂੰ ਅੱਜ ਤੱਕ ਕਦੇ ਅਸੀਂ ਆਪਣੇ ਦਿਮਾਗ 'ਚ ਵੀ ਨਹੀਂ ਸੋਚਿਆ ਹੋਣਾ। ਮੈਨੂੰ ਤਾਂ ਅੱਜ ਤੱਕ ਵੀ ਇੱਕ ਬੜੀ ਵਧੀਆ ਚੀਜ਼ ਲੱਗਦੀ ਹੈ, ਬੜੀ ਹੈਰਾਨ ਕਰ ਦੇਣ ਵਾਲੀ ਚੀਜ਼ ਲੱਗਦੀ ਹੈ ਕਿ ਜਦ ਤੁਹਾਡਾ ਟੀਵੀ ਦਾ ਰਿਮੋਟ ਹੁੰਦਾ, ਤੁਸੀਂ ਰਿਮੋਟ ਤੋਂ ਕੁਝ ਵੀ ਐਕਸ਼ਨ ਕਰਦੇ ਹੋ ਪਰਫਾਰਮ, ਤੇ ਉਹਦਾ ਰਿਜ਼ਲਟ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲਦਾ। ਮੈਨੂੰ ਤਾਂ ਅੱਜ ਤੱਕ ਆ ਵੀ ਚੀਜ਼ ਹਜੇ ਤੱਕ ਵੀ ਮੈਨੂੰ ਬਹੁਤ ਅਮੇਜ਼ਿੰਗ ਲੱਗਦੀ ਹੈ, ਠੀਕ ਹੈ। ਐਂਡ ਉਸ ਤੋਂ ਬਾਅਦ AI ਆ ਗਿਆ, ਰੋਬੋਟਸ ਆ ਗਏ, ਸੈਲਫ ਡਰਾਈਵਿੰਗ ਕਾਰਸ ਆ ਗਈਆਂ, ਡਰੋਨਸ ਆ ਗਏ, ਹੋਰ ਪਤਾ ਨਹੀਂ ਕਿੰਨੀ ਕੁ ਟੈਕਨੋਲੋਜੀ ਆ ਗਈ, ਬਹੁਤ ਜ਼ਬਰਦਸਤ ਆ ਗਿਆ। ਫੋਨ ਦੇ ਵਿੱਚ ਦੇਖ ਲਓ ਵੀਡੀਓ ਕਾਲਸ, 5G ਨੈਟਵਰਕ ਤੇ ਫਾਈਬਰ ਆਪਟੀਕਲਸ, ਠੀਕ ਹੈ, ਤੇ ਹੋਰ ਵੀ ਪਤਾ ਨਹੀਂ ਕੀ ਕੁਛ। ਮਤਲਬ ਸਾਇੰਸ ਦੇ ਵਿੱਚ ਤੁਸੀਂ ਜਿਹੜੇ ਮਰਜ਼ੀ ਫੀਲਡ 'ਚ ਚਲ ਜਾਓ, ਮੈਡੀਕਲ ਫੀਲਡ ਵਿੱਚ, ਐਜੂਕੇਸ਼ਨ ਫੀਲਡ ਵਿੱਚ, ਇੰਜੀਨੀਅਰਿੰਗ ਫੀਲਡ ਦੇ ਵਿੱਚ, ਟੈਕਨੀਕਲ ਦੇ ਵਿੱਚ, ਮਤਲਬ ਤੁਹਾਨੂੰ ਬਹੁਤ ਜ਼ਿਆਦਾ ਐਡਵਾਂਸਮੈਂਟ ਦੇਖਣ ਨੂੰ ਮਿਲਦੀ ਹੈ ਹਰ ਪਾਸੇ, ਠੀਕ ਹੈ। ਤੇ ਇਹੋ ਜਿਹੇ ਇੱਕ ਜ਼ਮਾਨੇ ਦੇ ਵਿੱਚ ਜਿੱਥੇ ਤੇਜ਼ੀ ਨਾਲ ਆਪਾਂ ਅੱਗੇ ਵਧ ਰਹੇ ਹਾਂ, ਉਹਦੇ ਵਿੱਚ ਆਪਾਂ ਆਪਣੇ ਜੋ ਰੂਟਸ ਹੈ ਨਾ ਉਹਨਾਂ ਨੂੰ ਨਹੀਂ ਭੁੱਲਣਾ ਹੁੰਦਾ। ਮੈਂ ਗੱਲ ਕਰ ਰਿਹਾ ਆਪਣੇ ਧਾਰਮਿਕ ਗ੍ਰੰਥਾਂ ਦੀ। ਸੋ ਅੱਜ ਗੱਲ ਕਰਾਂਗੇ ਪਾਕ ਕੁਰਾਨ ਦੇ ਵਿੱਚ ਕਹਿੰਦੇ 7 ਇਹੋ ਜਿਹੇ ਸਾਇੰਟੀਫਿਕ ਜੋ ਫਿਊਚਰਿਸਟਿਕ ਟੈਕਨੋਲੋਜੀਜ਼ ਹੈ ਨਾ, ਉਹਨਾਂ ਦੇ ਬਾਰੇ ਕਹਿੰਦੇ ਇਸ਼ਾਰਾ ਕੀਤਾ। ਹੈਰਾਨੀ ਹੋਈ, ਮੈਨੂੰ ਵੀ ਹੈਰਾਨੀ ਹੋਈ ਜਦੋਂ ਮੈਂ ਇਹ ਟਾਈਟਲ ਪੜ੍ਹਿਆ। ਤਾਂ ਮੈਂ ਵੀਡੀਓ ਦੇਖਣ ਲੱਗਾ ਸੀ, ਪਰ ਮੈਂ ਕਿਹਾ ਨਹੀਂ, ਮੈਂ ਤੁਹਾਡੇ ਨਾਲ ਹੀ ਦੇਖੂੰਗਾ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ, ਵਿਚਾਰ ਵਟਾਂਦਰੇ ਕਰਾਂਗੇ ਸਾਰੀਆਂ ਚੀਜ਼ਾਂ ਦੇ, ਠੀਕ ਹੈ। ਸੋ ਇਹ ਕਿਹੜੀਆਂ ਉਹ ਟੈਕਨੋਲੋਜੀ ਸੀ ਜਿਨ੍ਹਾਂ ਦੇ ਬਾਰੇ 1400 ਸਾਲ ਪਹਿਲਾਂ ਲਿਖ ਦਿੱਤਾ ਗਿਆ, ਠੀਕ ਹੈ। ਉਹ ਦੇਖਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ, ਜਾਣਾਂਗੇ, ਸਮਝਾਂਗੇ, ਵਿਚਾਰਾਂਗੇ। ਸਾਰੇ ਜਣੇ ਵੀਡੀਓ ਨੂੰ ਐਂਡ ਤੱਕ ਦੇਖਿਓ, ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਐਂਡ ਇੱਕ ਪ੍ਰਾਊਡ ਵਾਲੀ ਵੀਡੀਓ ਹੋਏਗੀ, ਹੈ ਨਾ, मे बी। ਤੇ ਦੇਖਦੇ हैं, बाकी आज शुरू कर दें। 40 एक शानदार वाक़े का जिक्र किया गया है। इन आयात के मुताबिक सुलेमान अलैहिस्सलाम एक दूर दराज मुल्क से मलका सबा का तख्त लाने को कहते हैं, और कोई शख्स जिसके पास किताब का इल्म होता है वो कहता है वो पलक झपकते ही ये तख्त ला सकता है, और फौरी तौर पर वो तख्त सुलेमान अलैहिस्सलाम के सामने आ जाता है। तो वो तख्त जो यमन में था किसी तरह वहाँ आ मौजूद होता है, या दमिश्क में तस्वीर के तौर पर देखा जाता है, जो कि हजारों किलोमीटर दूर है। इसके साथ साथ वो लोग तख्त के आसपास लोगों को देख और उनकी बातें भी सुन सकते थे। यहाँ कुरान काबिल जिक्र इशारे देता है 1400 ਸਾਲ ਪਹਿਲੇ ਨਾਜ਼ ਆਪਾਂ ਇਹ ਵਾਲਾ ਜਿਹੜਾ ਵਾਕਿਆ ਸੁਣਿਆ ਜ਼ਰੂਰ ਹੈ, ਬਟ ਆਪਾਂ ਨੂੰ ਇਹ ਨਹੀਂ ਪਤਾ ਸੀ ਕਿ ਆਸੇ-ਪਾਸੇ ਦੇ ਜਿਹੜੇ ਲੋਕਾਂ ਦੀਆਂ ਗੱਲਾਂ ਵੀ ਸੁਣ ਸਕਦੇ ਸੀ। नाज़िल होने के बावजूद ये बयान करता है कि कैसे कोई चीज या उसकी तस्वीरें दूर दराज फासलों तक फौरी तौर पर ट्रांसपोर्ट या ट्रांसमिट की जा सकती हैं, और ऐसा एक हकीकी तारीखी वाक़ये के जरिए किया गया। और हम देखते हैं कि आज हम चंद सेकंड्स में इंटरनेट और टेलीविजन के जरिए तस्वीरें और आवाज वाकई ट्रांसमिट कर सकते हैं। क्या कुरान में मौजूद ये वाक़या आजकल के लाइव ब्रॉडकास्ट, प्रोजेक्टर्स, कैमरास या मॉडर्न होलोग्राम से आने वाली तस्वीरों से मिलता जुलता नहीं है? लेकिन इस तरह की बात का जिक्र कुरान में कैसे हो सकता है, जबकि 1400 साल कबल इसका तसव्वुर भी नहीं किया जा सकता था? एक मर्तबा फिर हमें वाज़ेह सबूत मिलता है कि ये कुरान किसी इंसान का कलाम नहीं हो सकता। कुरान में हम देखते ਓਕੇ, ਬਟ ਉਹਦੇ ਵਿੱਚ ਕੁਰਾਨ ਦੇ ਵਿੱਚ ਤਾਂ ਉਹ ਚੀਜ਼ ਨੂੰ ਇੱਕ ਚਮਤਕਾਰ ਦੱਸਿਆ ਗਿਆ ਨਾ, ਜਿਵੇਂ ਜਿੰਨਾ ਕਿ ਮੈਨੂੰ ਪਤਾ, ਜਿੰਨਾ ਕਿ ਮੈਂ ਸੁਣਿਆ ਉਸ ਵਾਕਿਆ ਨੂੰ, ਅਲੀ ਮਿਰਜ਼ਾ ਦੀ ਵੀਡੀਓਜ਼ ਦੇਖੀਆਂ ਜਾਂ ਹੋਰ ਕਿਸੇ ਮੌਲਾਨਾ ਦੀ ਵੀਡੀਓ ਦੇਖੀ, ਤਾਂ ਉਹਨਾਂ ਨੇ ਉਹਨੂੰ ਇੱਕ ਚਮਤਕਾਰ ਦੱਸਿਆ ਕਿ ਉਹ ਕਰ ਸਕਦੇ ਸੀਗੇ। ਉਹਨਾਂ ਨੇ ਇਹ ਨਜ਼ਰੀਆ ਨਹੀਂ ਰੱਖਿਆ ਸੀਗਾ ਵੀ ਇੱਕ ਸਾਇੰਟੀਫਿਕ ਪਰਸਪੈਕਟਿਵ ਹੈ ना। कि सुलेमान अलैहिस्सलाम जानवरों की जुबान जानते थे और उनसे कलाम कर सकते थे। सूरह अल-नमल की आयत नंबर 18 में जिक्र है कि वो चींटियों की जुबान समझते थे, और आयत नंबर 22 में कि परिंदों की जुबान समझते थे। तो यहाँ किस किस्म का इशारा दिया गया है? दर हकीकत जानवरों की जुबान को समझना ये जाहिर करता है कि मुस्तकबिल में लोग ये समझने के काबिल हो सकते हैं कि जानवर कैसे बातचीत करते हैं और ये क्या करने के अहल हैं। बहरहाल हमें पता है कि सुलेमान अलैहिस्सलाम उनकी जुबान जानते थे, उन्हें उनकी खूबियों का इल्म था और उन्होंने अपने काम में इस्तेमाल किया उन्हें। और अब आप जरा सोचें, अगर हम जानवरों की काबिलियत को पूरी तरह समझ जाएं तो हम उन्हें रोजमर्रा के कई कामों में इस्तेमाल कर सकते हैं। दर हकीकत ये वो काम है जो हम पहले से शुरू कर चुके हैं। पैगामात और खतूत भेजने के लिए कबूतरों का इस्तेमाल हो चुका है, तोतों को बोलने की ट्रेनिंग दी गई है, हमने सीख लिया कि रेशम के कीड़े को कपड़ा बनाने के लिए कैसे इस्तेमाल करना है, और एक तरह से हमने कुत्तों की जुबान सीख ली है। मंशियात के खिलाफ उनके सूंघने की ताकतवर हिस का इस्तेमाल करना सीख लिया। चूहों की कुछ किस्मों का इस्तेमाल बारूदी सुरंगों की निशानदही के लिए भी किया गया। उनकी नाक इंतहाई हसास होती है, और हम डॉल्फिन की एडवांस सोनार की खसूसियात को आबदोजों की तलाश और रेस्क्यू मिशन के साथ समुद्री बारूदी सुरंगों की निशानदही के लिए इस्तेमाल करते हैं। तो हजरत सुलेमान अलैहिस्सलाम का जानवरों की जुबान समझने और कामों में उनके इस्तेमाल का मौजज़ा ये जाहिर करता है कि हम इनकी मजीद खसूसियात दरियाफ्त करके मुस्तकबिल में इनसे फायदा हासिल करने के नए तरीके तलाश कर सकते हैं। हजारों अक़साम के जानवर जमीन पर मौजूद हैं। अगर हम उनकी जुबानें समझ लें और उन्हें तरबियत दें तो उनको साथ मिलाकर हम जो हासिल कर सकते हैं वो हमारे तसव्वुर से भी कहीं आगे हो सकता है। सुलेमान अलैहिस्सलाम को एक और मौजज़ा अता किया गया था, वो हवा को कंट्रोल कर सकते थे और इस तरह वो तवील फासले बहुत मुख्तसर वक्त में तय कर सकते थे। सूरह सबा में अल्लाह फरमाता है, और हमने सुलेमान अलैहिस्सलाम के लिए हवा को मुसख्खर कर दिया। उनकी सुबह की मंजिल महीने भर के बराबर होती थी और उनकी शाम की मंजिल भी महीने भर के बराबर होती थी।
इस आयत में बयान किया गया है कि आमतौर पर एक महीने में तय किया जाने वाला सफर कैसे दिन के छोटे से हिस्से में मुकम्मल किया जा सकता है। क्या ये फ्यूचर टेक्नोलॉजीज जैसे हवाई जहाज के हवाले से वाज़ेह इशारा नहीं? इस बारे में सोचें। और आज नई टेक्नोलॉजीज के साथ हम हिसाब लगाते हैं कि हवा को कैसे इस्तेमाल करना है, दुरुस्त मटेरियल कैसे मिलाना है और हवाई जहाज कैसे बनाना है। इस आयत में बयान करदा इशारे की तरह अब हम तवील सफर बहुत मुख्तसर वक्त में मुकम्मल करते हैं। हत्ता कि हम एक दिन में एक से ज्यादा मुमालिक में जा सकते हैं। वो सफर जिन पर कभी पूरा महीना लगता था अब चंद घंटों में तय हो जाते हैं। एक और मौजज़ा था कि इब्राहिम अलैहिस्सलाम को आग के अंदर फेंका गया, लेकिन आग उन्हें नहीं जला सकी। जालिम हुक्मरान नमरूद को उन पर तैश आया और उसने अपने आदमियों को एक बहुत बड़ी आग भड़काने का हुक्म दिया, लेकिन जब हजरत इब्राहिम अलैहिस्सलाम को उस आग में फेंका गया तो हैरान कुन वाकया पेश आया। आग ने उन्हें कोई नुकसान न पहुंचाया। जाहिर है ये एक ऐसा मौजज़ा था जो नजीम पैगंबर के साथ पेश आया, लेकिन हम इस मौजज़े में मुस्तकबिल के लिए इशारे भी देख सकते हैं। हजरत इब्राहिम अलैहिस्सलाम आग से तो महफूज रहे ही, लेकिन उनके कपड़े तक भी नहीं जले थे। एक मर्तबा फिर से एक मकसद मिलता है इंसानों को। मुस्तकबिल में लोगों को आग से महफूज रखने के लिए फायर रेजिस्टेंट मटेरियल बनाया जा सकता है, और दर हकीकत 20वीं सदी के वस्त में पहली मर्तबा फायर रेजिस्टेंट कपड़े बनना शुरू हो चुके थे, खास तौर पर फायर फाइटर्स के लिए। 1960 की दिहाई में नोमैक्स और केवलार जैसे स्पेशल मटेरियल दरियाफ्त हुए। नोमैक्स 370 डिग्री सेंटीग्रेड तक का दर्जा हरारत बर्दाश्त कर सकता है और आग के खिलाफ इसकी मज़ाहमत बहुत ज्यादा है, जबकि केवलार 450 डिग्री तक की हरारत बर्दाश्त कर सकता है। इन इजादात की बदौलत फायर फाइटर्स अब मजीद मौसर अंदाज में आग से लड़ सकते हैं, और ये इमरजेंसी रेस्क्यू ऑपरेशंस के दौरान घंटों महफूज रहने में उनकी मदद करता है। सूरह अल बकरा में है कि मूसा अलैहिस्सलाम अपने आसा को एक चट्टान पर मारते हैं और उससे 12 चश्मे फूट पड़ते हैं। तसव्वुर करें, एक बार असा को मारने से बंजर सहरा के बीचों बीच एक खुश्क और बेजान चट्टान पानी के वाफर जरिए में तब्दील हो जाती है। 12 चश्मे बहना शुरू हो जाते हैं और प्यास की शिद्दत के मारे लोग वहां से सैराब होते हैं। लेकिन इस मौजज़े में और कौन से पैगामात मख्फी हैं? दरअसल ये बताया गया है कि ज़ेर ज़मीन पानी को निकालना मुमकिन है। दूसरे लफ्जों में यहाँ आज इस्तेमाल होने वाली ड्रिलिंग टेक्नोलॉजी की तरफ इशारा किया गया है। ये तरीका 19वीं सदी में दरियाफ्त हुआ था, और तब से अब तक हम ड्रिलिंग मशीनों की मदद से ज़ेर ज़मीन पानी, तेल और दीगर मादनी वसाइल तक रसाई पा चुके हैं। तो आसा की एक टक्कर से चट्टान में से पानी निकलते देखकर लोगों ने मुस्तकबिल की टेक्नोलॉजी का तसव्वुर करने की हिम्मत की। इस आयत में ड्रिलिंग मशीनों की इजाद से बहुत पहले ही इसका इशारा दे दिया गया था। सूरह आल इमरान में ईसा अलैहिस्सलाम, जिन्हें जीसस भी कहा जाता है, फरमाते हैं, और मैं अल्लाह के हुक्म से पैदाइशी नाबीना लोगों और कोढ़ियों को शिफा देता हूँ और मुर्दों को जिंदा करता हूँ। ये हजरत ईसा अलैहिस्सलाम के चंद मशहूर तरीन मौजज़ात हैं। आइए इनमें से एक यानी पैदाइशी नाबीना अफराद को शिफा देने का बगौर जायजा लेते हैं। आज जीन थेरेपी और स्टेम सेल जैसे जदीद तरीकों के जरिए हकीकतन पैदाइशी अंधेपन की कुछ शक्लों का इलाज किया जा सकता है, और इसी तरह 20वीं सदी तक जज़ाम का कोई इलाज नहीं था, लेकिन आज उसका 6 माह से 2 साल तक मखसूस अद्वियात के इस्तेमाल से इलाज किया जा सकता है। और हकीकत तो ये है कि आज बाज़ इलाकों को छोड़कर जज़ाम के मरीजों की तादाद तकरीबन 0 हो चुकी है। बदिउज़्ज़मा बयान करते हैं, ये आयत दर्ज-ए-झैल पैगाम देती है, हत्ता के शदीद दायमी बीमारियों और सेहत के संगीन मसाइल का इलाज भी हो सकता है। बीमारी चाहे कोई भी हो, इलाज मुमकिन है। तलाश करते रहें, आपको इलाज मिल जाएगा। आखिरी और सबसे हैरान कुन निशानी ये है कि हजरत सुलेमान अलैहिस्सलाम ने जिन्नात को अपने ताबे किया और उन्हें अच्छे काम करने पर लगाया। अल्लाह की मर्जी से सुलेमान अलैहिस्सलाम ने जिन्नात को समुद्रों में गौता लगाकर कीमती जवाहरात निकालने, शानदार इमारतें बनाने और अपने लिए हर तरह के मुश्किल काम करने पर लगाया। बदिउज़्ज़मा फरमाते हैं कि इन मौजज़ात में बहुत सी निशानियां हैं, ये कि जिन्नात को काबू किया जा सकता है और इंसान उन्हें अपना खादिम बनाकर उनसे अपना काम करवा सकता है। लेकिन बिलाशुबा ये किस्मत का हाल बताने, जादू या दीगर ऐसे तरीकों से नहीं हो सकता जो इस्लामी असूलों के खिलाफ हैं। उनका कहना है कि ये कुरान के कुछ पोशीदा राजों के जरिए मुमकिन हो सकता है। बिलाशुबा हमें अभी तक मालूम नहीं कि ये कैसे किया जा सकता है, लेकिन आज अगर ये एक मुअम्मा है तो कल ये एक हकीकत बनकर भी सामने आ सकता है। और अब आप यकीनन सोच रहे होंगे कि आखिर कुरान ने इन चीजों की वजाहत क्यों नहीं की है। इसकी वजह यह है कि कुरान का बुनियादी मकसद साइंस या टेक्नोलॉजी के बारे में बराह रास्त वजाहत करना नहीं है, क्योंकि ये उन मज़ामीन पर दरसी किताब नहीं है। कुरान के अहम मौज़ूआत तौहीद, वहदानियत, आखिरत, नबूवत, अदल और इबादत हैं। लेकिन चूंकि टेक्नोलॉजिकल दरियाफ्तें भी अल्लाह की नेमत है और ये इंसानी जिंदगी का बहुत बड़ा हिस्सा बन चुकी है, तो इसलिए कुरान भी इन्हें मुकम्मल तौर पर नजरअंदाज नहीं करता। चुनाचे बतौर हकीम अल्लाह ताला ने इनका जिक्र निशानियों और इशारों में किया है। इसके अलावा इसकी 2 अहम और वजूहात हैं। अव्वल तो ये कि पिछली 1 या 2 सदियों के हवाले से अगर कुरान में टेक्नोलॉजिकल और साइंसी इजादात का बराह रास्त जिक्र किया गया होता तो पिछली 12 सदियों में पैदा होने वाले लोग इससे पूरी तरह समझ ना पाते।
हो सकता है कुछ इसे गैर हकीकी भी समझते और ये बात सरासर कुरान के आफाकी किताब होने के खिलाफ होती। आप जरा ये सोचें, अगर 100 साल पहले भी आप लोगों को बताते कि वीडियो कॉल्स मुमकिन होंगी तो कोई भी आप पर यकीन न करता। यही वजह है कि वाज़ेह तौर पर बयान करने के बजाय कुरान में इन दरियाफ्तों की तरफ निशानियों के जरिए इशारा किया गया है। अगर तमाम टेक्नोलॉजिकल और साइंसी दरियाफ्तों का खुलेआम जिक्र किया जाए तो क्या ये इम्तिहान लेने के ख्याल से मुतसादिम नहीं होगा? हम सभी जानते हैं जिंदगी एक इम्तिहान है और अगर सब कुछ वाज़ेह कर दिया जाता तो शक की कोई गुंजाइश ही न रहती। सभी ईमान ले आते और इससे आजादाना मर्जी का मकसद फौत हो जाता, क्योंकि इससे मुखलिस मोमिनीन और उन लोगों के दरमियान फर्क करना मुमकिन ना होता जो सिर्फ इसलिए ईमान लाए क्योंकि उनके पास कोई दूसरा रास्ता मौजूद नहीं था। इसीलिए इन चीजों का तज़किरा इस तरीके से किया गया है कि लोग गौर करें, तलाश करें और खुद इसका फैसला करें। आखिर में इस सबसे समझने वाली सबसे अहम बात, कुरान की तमाम निशानियां जो हमें मुस्तकबिल के बारे में बताती हैं, हमें एक वाज़ेह पैगाम देती हैं कि ये किसी इंसान का कलाम नहीं हो सकता। कोई भी शख्स अपने तौर पर ऐसी मालूमात फराहम नहीं कर सकता जो हर दौर और हर जगह के तमाम लोगों के लिए हो। एक आम इंसान के अल्फाज में हर मुआशरे के लिए लाजवाल हिकमत और सबक नहीं हो सकता। ये अल्फाज सिर्फ उस खालिक के ही हो सकते हैं जो हर चीज को अदम से वजूद में लाया, जो वक्त से बाहर है और सब कुछ जानता है, वही अल्लाह है। हमने कुरान में मौजज़ात का ਓਕੇ ਜੀ, ਵੀਡੀਓ ਨੂੰ ਬੰਦ ਨਾ ਕਰਿਓ ਤੇ ਹੁਣ ਕਰਦੇ ਆਂ ਵਾ ਬਹੁਤ ਹੀ ਵਧੀਆ ਡਿਸਕਸ਼ਨ। ਵੀਡੀਓ ਸਕਿਪ ਨਾ ਕਰਿਓ ਹੁਣ, ਠੀਕ ਹੈ? ਪੂਰੀ ਆਪਾਂ ਗੱਲਬਾਤ ਕਰਕੇ ਜਾਵਾਂਗੇ ਇਸ ਵੀਡੀਓ ਦੇ ਬਾਰੇ, ਕਿਉਂਕਿ ਆਪਣਾ ਚੈਨਲ ਸਿਰਫ ਰਿਐਕਸ਼ਨ ਬੇਸਡ ਨਹੀਂ ਹੈ ਕਿ ਆਪਾਂ ਰਿਐਕਸ਼ਨ ਕਰਤਾ, ਆਪਾਂ ਬਹੁਤ ਵਧੀਆ ਡਿਸਕਸ਼ਨ ਵੀ ਕਰਦੇ ਆਂ। ਤੇ ਆਓ ਫਿਰ ਸ਼ੁਰੂ ਕਰੀਏ। ਸੋ ਇਹਨਾਂ ਨੇ 7 ਟੈਕਨੋਲੋਜੀਜ਼ ਦੀ ਗੱਲ ਕੀਤੀ, ਠੀਕ ਹੈ? ਤੇ 7 ਕਿਸੇ ਨਾ ਕਿਸੇ ਜੋ ਇਨਸੀਡੈਂਟ ਨੂੰ ਦਰਸਾ ਰਹੀਆਂ ਸੀ ਜਿਹੜੀਆਂ ਕਿ ਕੁਰਾਨ ਦੇ ਵਿੱਚ ਦਰਜ ਹੈ, ਤੇ ਉਹਨਾਂ ਦੇ ਜ਼ਰੀਏ ਇਹਨਾਂ ਨੇ ਰੈਫਰੈਂਸ ਲੈ ਕੇ ਉਹ ਅੱਜ ਦੇ ਜੋ ਟੈਕਨੋਲੋਜੀ ਹੈ ਉਹਨਾਂ ਨੂੰ ਮਰਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ? ਸੋ ਜਿਵੇਂ ਕਿ ਪਹਿਲਾ ਵਾਕਿਆ ਸੀਗਾ ਕਿ ਜਿਹੜਾ ਉਹ ਇੱਕ ਤਖਤ ਜਿਹੜਾ ਉਧਰੋਂ ਗਾਇਬ ਹੋ ਕੇ ਬੜੇ ਕਈ 100 ਕਿਲੋਮੀਟਰ ਦੂਰ ਜਿਹੜਾ ਪਹੁੰਚ ਜਾਂਦਾ ਹਨਾ, ਇਹ ਇੱਕ ਵਾਕਿਆ ਸੀਗਾ। ਤੇ ਉਹਨੂੰ ਇਹਨਾਂ ਨੇ ਜਿਵੇਂ ਵੀਡੀਓ ਕਾਲ ਵਾਲਾ ਜਿਹੜਾ ਸਿਸਟਮ ਆ ਉਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਉਹਨੂੰ ਮਰਜ ਕਰਕੇ ਆਪਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ ਉੱਥੇ ਦੱਸੀ ਗਈ ਹੈ, ਠੀਕ ਹੈ? ਐਂਡ ਦੇਖੋ, ਜੇਕਰ ਕੋਈ ਬੰਦਾ ਇਹਨੂੰ ਸਿੱਧਾ ਹੀ ਦੇਖੇ ਐਜ਼ ਨੌਨ ਮੁਸਲਮ ਹਨਾ, ਤਾਂ ਉਹਨੂੰ ਲੱਗੂਗਾ ਕਿ ਯਾਰ ਇਹ ਤਾਂ ਮਤਲਬ ਇੱਕ ਤਰ੍ਹਾਂ ਦਾ ਬਸ ਉਹ ਆਪਣੀ ਤਾਰੀਫ ਕਰਨ ਦੇ ਲਈ ਇਹ ਚੀਜ਼ਾਂ ਕਰ ਰਹੇ ਆ ਹਨਾ। ਤਾਂ ਦੇਖੋ, ਸਟਾਰਟਿੰਗ 'ਚ ਮੈਨੂੰ ਵੀ ਇਦਾਂ ਲੱਗਿਆ ਸੀ, ਥੋੜਾ ਜਿਹਾ ਲੱਗਾ ਸੀ, ਪਰ ਜਦੋਂ ਵੀਡੀਓ ਅੱਗੇ ਚੱਲਦੀ ਰਹੀ ਮੈਂ ਥੋੜਾ ਜਿਹਾ ਇਹਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ। ਮੇਰੇ ਦਿਮਾਗ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਚੱਲੀਆਂ, ਤਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਨਾਲ ਇਹਨੂੰ ਕੰਪੇਅਰ ਵੀ ਕਰਦਾ ਰਿਹਾ ਆਪਣੇ ਦਿਮਾਗ ਦੇ ਵਿੱਚ, ਠੀਕ ਹੈ? ਜੋ ਹਿੰਦੂਆਂ ਦੇ ਵਿੱਚ ਚੱਲਦਾ, ਜੋ ਸਿੱਖਾਂ ਦੇ ਵਿੱਚ ਚੱਲਦਾ। ਦੇਖੋ, ਆਪਣੀ ਦੁਨੀਆ ਦੇ ਵਿੱਚ ਸੌਖੇ ਸ਼ਬਦਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਕਿਹਾ ਜਾਂਦਾ ਚਮਤਕਾਰ, ਠੀਕ ਹੈ? ਜਾਦੂ ਕਿਹਾ ਜਾਂਦਾ ਨਾ। ਹੁਣ ਇੱਕ ਤਰ੍ਹਾਂ ਦਾ ਇਹ ਜਾਦੂ ਹੀ ਹੈ ਕਿ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਵਾਲੀ ਐਗਜ਼ਾਮਪਲ ਦਿੱਤੀ ਸੀ ਕਿ ਇੱਕ ਰਿਮੋਟ ਦਾ ਮੈਂ ਬਟਨ ਨੱਪਿਆ ਤੇ ਅੱਗੋਂ ਟੀਵੀ ਔਨ ਹੋ ਗਿਆ, ਜਾਂ ਤੁਸੀਂ ਡਰੋਨਸ ਦੇਖ ਲਓ, ਰਿਮੋਟ ਕੰਟਰੋਲਡ ਕਾਰਸ ਆ ਗਈਆਂ, ਬਹੁਤ ਕੁਝ ਆ ਗਿਆ, ਠੀਕ ਹੈ? ਤੇ ਉਹ ਇੱਕ ਤਰ੍ਹਾਂ ਦਾ ਜਾਦੂ ਹੀ ਹੈ ਵੀ ਮੈਂ ਇੱਥੋਂ ਬਟਨ ਨੱਪਿਆ ਤੇ ਉੱਧਰ ਹੋ ਗਿਆ। ਜਿਵੇਂ ਤੁਸੀਂ ਮਹਾਭਾਰਤ ਜਾਂ ਰਮਾਇਣਾ ਪਹਿਲਾਂ ਦੇ ਸੀਰੀਅਲ ਆਉਂਦੇ ਸੀ, ਉਹਨਾਂ ਦੇ ਵਿੱਚ ਆਪਾਂ ਕੀ ਦੇਖਦੇ ਸੀ ਕਿ ਇਧਰੋਂ ਕਿਸੇ ਨੇ ਐ ਉਂਗਲ ਕੀਤੀ, ਇਧਰੋਂ ਸ਼ਕਤੀ ਗਈ, ਠੀਕ ਹੈ? ਤੇ ਉਹ ਅੱਗੇ ਜਾ ਕੇ ਆਪਦੇ ਐਨੀਮੀ ਤੇ ਵੱਜ ਗਈ। ਜਾਂ ਉਹਦੇ ਚ ਕੀ ਦਿਖਾਉਂਦੇ ਸੀ ਕਿ ਇੱਕ ਤਰਸ਼ੂਲ ਹੈ, ਠੀਕ ਹੈ? ਇੱਕ ਬੋ ਐਂਡ ਐਰੋ, ਉਹਨੂੰ ਇਦਾਂ ਫੜਿਆ, ਕੁਝ ਮੰਤਰ ਪੜਿਆ, ਉਹਨਾਂ ਨੇ ਇਦਾਂ ਛੱਡਿਆ, ਜਦੋਂ ਇਦਾਂ ਕਰਕੇ ਕੱਸ ਕੇ ਇਦਾਂ ਛੱਡਿਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪਾਵਰਸ, ਜਾਂ ਉਹ ਇੱਕ ਤੀਰ ਤੋਂ 4 ਤੀਰ ਬਣ ਗਏ। ਮਤਲਬ ਇਹ ਚੀਜ਼ਾਂ ਆਪਾਂ ਦੇਖੀਆਂ ਛੋਟੇ ਹੁੰਦਿਆਂ, ਠੀਕ ਹੈ? ਜਿਹੜੇ ਲੋਕ ਇੰਡੀਆ ਤੋਂ ਵੀਡੀਓ ਦੇਖ ਰਹੇ ਆ। ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਵੀ ਇਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹੈ ਜਿਹਦੇ ਵਿੱਚ ਚਮਤਕਾਰ ਦੇਖਣ ਨੂੰ ਮਿਲ ਜਾਂਦਾ। ਤੇ ਜਿਹੜੇ ਆਮ ਲੋਕ ਹੁੰਦੇ ਆ ਨਾ, ਜਿਨ੍ਹਾਂ ਦਾ ਕੋਈ ਡੀਪਲੀ ਜਿਹੜੇ ਐਨਾਲਾਈਜ਼ ਨਹੀਂ ਕਰਦੇ, ਰਿਸਰਚ ਨਹੀਂ ਕਰਦੇ, ਉਹਨਾਂ ਨੂੰ ਇਹ ਚਮਤਕਾਰ ਜਾਂ ਜਾਦੂ ਹੀ ਲੱਗਦਾ। ਕਿਉਂਕਿ ਜਦੋਂ ਤੁਸੀਂ ਕਿਸੇ ਧਰਮ ਦੇ ਵਿੱਚ ਇਹ ਚਮਤਕਾਰ ਜਾਂ ਜਾਦੂ ਸ਼ਬਦ ਦੇਖ ਲੈਂਦੇ ਹੋ ਨਾ, ਤਾਂ ਤੁਹਾਡਾ ਜਿਹੜਾ ਬਲੀਫ ਆ ਉਹਦੇ ਤੇ ਐ ਪੱਕਾ ਹੋ ਜਾਂਦਾ, ਤੁਹਾਨੂੰ ਲੱਗਦਾ ਕਿ ਇਹੀ ਸੱਚ ਆ, ਠੀਕ ਹੈ? ਪਰ ਧਰਮਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਰਸਾਉਣ ਦਾ ਅਸਲ ਕਾਰਨ ਇਹ ਨਹੀਂ ਹੁੰਦਾ ਕਿ ਤੁਸੀਂ ਚਮਤਕਾਰ ਜਾਂ ਜਾਦੂ ਦੀ ਨੁਮਾਇਸ਼ ਕਰ ਰਹੇ ਹੋ। ਆਪਾਂ ਨੂੰ ਆਹ ਵੀਡੀਓ ਦੇ ਵਿੱਚ ਵੀ ਬੰਦੇ ਨੇ ਐਂਡ ਤੇ ਇਹੀ ਗੱਲ ਦੱਸੀ ਕਿ ਜੇ ਇਹ ਚੀਜ਼ਾਂ ਕਰਨੀਆਂ ਹੁੰਦੀਆਂ ਤਾਂ ਕੁਰਾਨ ਦੇ ਵਿੱਚ ਸਾਰਾ ਕੁਝ ਤੁਹਾਨੂੰ ਟੋਟਲੀ ਸਿੰਪਲ ਸ਼ਬਦਾਂ ਦੇ ਵਿੱਚ ਮੈਂਸ਼ਨ ਕਰ ਦਿੰਦੇ, ਕਹਿੰਦੇ ਫਿਰ ਤਾਂ ਸਾਰੇ ਲੋਕਾਂ ਨੇ ਜਿਹੜਾ ਆਪਣਾ ਈਮਾਨ ਲਿਆਉਣਾ ਸੀ ਹਨਾ। ਤੇ ਉਹ ਗੱਲ ਵੀ ਮੈਨੂੰ ਕਾਫੀ ਹੱਦ ਤੱਕ ਵੈਲਿਡ ਲੱਗੀ। ਹੁਣ ਇੱਕ ਪੁਆਇੰਟ ਹੋਰ ਆ ਕਿ ਜੋ ਤੁਹਾਨੂੰ ਤੁਸੀਂ ਕਦੇ ਸੁਣੀਆਂ ਹੋਣੀਆਂ ਰਿੱਧੀਆਂ ਸਿੱਧੀਆਂ, ਕਿ ਜਿਹੜੇ ਸਨਾਤਨ ਦੇ ਵਿੱਚ ਜਿਹੜੇ ਪਹਿਲਾਂ ਯੋਗੀ ਹੁੰਦੇ ਸੀ ਨਾ, ਯੋਗ ਕਰਦੇ ਹੁੰਦੇ ਸੀ, ਉਹ ਤਪੱਸਿਆ ਕਰਦੇ ਸੀ ਜੰਗਲਾਂ ਦੇ ਵਿੱਚ ਜਾ ਕੇ ਨਾ, ਕਈ ਸਾਲ ਭੁੱਖੇ ਭਾਣੇ ਉਵੇਂ ਬਹਿ ਕੇ ਤਪੱਸਿਆ ਕਰੀ ਜਾਣੀ ਤੇ ਰਿੱਧੀਆਂ ਸਿੱਧੀਆਂ ਪਾ ਲੈਣੀਆਂ, ਠੀਕ ਹੈ? ਹੁਣ ਇਹ ਨਾ ਦੋ ਚੀਜ਼ਾਂ ਸਿੱਖਜ਼ਮ ਦੇ ਵਿੱਚ ਵੀ, ਮਤਲਬ ਜਿਵੇਂ ਹਰ ਧਰਮ ਦੇ ਵਿੱਚ ਲੋਕ ਡਿਵਾਈਡ ਹੋ ਜਾਂਦੇ ਆ ਨਾ ਉਹਨਾਂ ਚੀਜ਼ਾਂ ਨੂੰ ਮੰਨਣ ਵਾਲੇ। ਸੋ ਇੱਕ ਚੀਜ਼ ਇਹ ਵੀ ਮੰਨਦੇ ਆ ਰਿੱਧੀਆਂ ਸਿੱਧੀਆਂ ਨੂੰ। ਰਿੱਧੀਆਂ ਸਿੱਧੀਆਂ ਕੀ ਹੁੰਦੀਆਂ? ਰਿੱਧੀਆਂ ਸਿੱਧੀਆਂ ਹੁੰਦੀਆਂ ਕਿ ਜਿਵੇਂ ਉਹ ਤਪੱਸਿਆ ਕਰਦੇ ਹੋਏ, ਜਿਵੇਂ ਚੌਂਕੜਾ ਮਾਰ ਕੇ ਬੈਠੇ ਹੋਏ ਆ, ਤਪੱਸਿਆ ਕਰਦੇ ਕਰਦੇ ਉਹ ਹਵਾ 'ਚ ਉੱਡਣ ਲੱਗ, ਠੀਕ ਹੈ? ਤੇ ਉਹਨਾਂ ਨੂੰ ਸ਼ਿਵ ਜੀ, ਬ੍ਰਹਮਾ ਜਾਂ ਵਿਸ਼ਨੂੰ ਕਿਸੇ ਦੇ ਵੀ ਦਰਸ਼ਨ ਹੋਏ ਤੇ ਉਹਨਾਂ ਨੇ ਇੱਕ ਵਰ ਦੇ ਨਾਲ ਨਵਾਜਿਆ, ਠੀਕ ਹੈ? ਜਿਹਦੇ ਵਿੱਚ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਆ ਗਈਆਂ। ਰਿੱਧੀਆਂ ਸਿੱਧੀਆਂ ਮਤਲਬ ਤੁਸੀਂ ਦੂਰ
ਦੂਰ ਅੱਡੇ ਬੈਠੇ ਕਿਸੇ ਦੂਰ ਦੀਆਂ ਗੱਲਾਂ ਸੁਣ ਸਕਦੇ ਹੋ, ਕਿਸੇ ਨੂੰ ਦੇਖ ਸਕਦੇ ਹੋ, ਐਜ਼ ਸਿਮਿਲਰ ਟੂ ਜਿਵੇਂ ਆਪਾਂ ਦੇਖਿਆ ਕਿ ਉਹ ਜਿਹੜਾ ਤਖਤ ਸੀਗਾ ਹਨਾ ਉਹ ਆ ਗਿਆ। ਜੇ ਸਿੱਖਾਂ ਦੇ ਵਿੱਚ ਗੱਲ ਕਰ ਲਓ ਤਾਂ ਜਦੋਂ 8ਵੇਂ ਗੁਰੂ ਸਾਹਿਬਾਨ ਇਸ ਦੁਨੀਆ ਤੋਂ ਜਾ ਰਹੇ ਸੀ, ਠੀਕ ਹੈ, ਤਾਂ ਉਹਨਾਂ ਨੇ ਇੱਕ ਭਵਿੱਖਬਾਣੀ ਕੀਤੀ ਕਿ ਜਿਹੜਾ ਅਗਲਾ ਗੁਰੂ ਹੋਊਗਾ ਨਾ ਉਹ ਇਸ ਫਲਾਨੀ ਜਗ੍ਹਾ ਤੇ ਉੱਧਰ ਹੋਊਗਾ, ਠੀਕ ਹੈ, ਮਤਲਬ ਉਹ ਉਹਨਾਂ ਨੇ ਉਦਾਂ ਹੀ ਉਹ ਚੀਜ਼ ਦੱਸੀ। ਸੋ ਇਹ ਮੈਂ ਗੱਲਾਂ ਸਾਰੀਆਂ ਕਿਉਂ ਕਰ ਰਿਹਾ, ਦੇਖੋ ਮੈਂ ਹਰ ਧਰਮ ਦੀ ਰਿਸਪੈਕਟ ਕਰਦਾ। ਆਪਾਂ ਅੱਜ ਕੱਲ ਦੇ ਨੌਜਵਾਨ ਆ, ਠੀਕ ਆ, ਆਪਾਂ ਨੂੰ ਕਿੰਨੇ ਕੁ ਸਾਲ ਹੋ ਗਏ, 30-40 ਸਾਲ ਹੋ ਗਏ, ਚਲੋ ਜਿੰਨੇ ਮੇਰੇ ਹਮ ਉਮਰ ਵੀਡੀਓ ਦੇਖ ਰਹੇ ਆ, ਠੀਕ ਹੈ, ਤੁਹਾਡੇ ਕੋਲ ਕਿੰਨਾ ਕੁ ਗਿਆਨ ਹੈ, ਜਾਂ ਆਪਾਂ ਜੋ ਆਪਣੇ ਸਾਹਮਣੇ ਆਪਾਂ ਸਿਰਫ ਉਹੀ ਦੇਖ ਰਹੇ ਆ ਨਾ, ਇਸ ਤੋਂ ਇਲਾਵਾ ਤਾਂ ਆਪਾਂ ਕੁਝ ਨਹੀਂ ਦੇਖ ਰਹੇ। ਪਰ ਇਸ ਤੋਂ ਇਲਾਵਾ ਵੀ ਬਹੁਤ ਦੁਨੀਆ ਪਿੱਛੇ ਗਈ ਹੈ। ਮੈਂ ਕਿਸੇ ਚੀਜ਼ ਨੂੰ ਡਿਨਾਈ ਨਹੀਂ ਕਰਦਾ ਹੁੰਦਾ ਕਿ ਇਹ ਚੀਜ਼ ਹੋ ਨਹੀਂ ਸਕਦੀ। ਇਟ ਕੁਡ ਬੀ ਪੋਸੀਬਲ ਕਿ ਹਾਂ ਉਸ ਟਾਈਮ ਤੇ ਇਹ ਚੀਜ਼ਾਂ ਹੋਈਆਂ ਹੋਣ। ਜੇਕਰ ਪਿਰਾਮਿਡ ਵਰਗੀਆਂ ਚੀਜ਼ਾਂ ਬਣ ਸਕਦੀਆਂ, ਵੀ ਪਿਰਾਮਿਡ ਦੇਖ ਲਓ ਅੱਗੇ ਕੋਈ ਐਡੀ ਐਡਵਾਂਸਡ ਮਸ਼ੀਨਰੀ ਨਹੀਂ ਸੀ ਵੀ ਉਹ ਐਡੇ ਭਾਰੇ ਪੱਥਰ ਚੱਕ ਕੇ ਉਹ ਪਿਰਾਮਿਡ ਨੂੰ ਬਣਾ ਸਕਣ, ਪਰ ਫਿਰ ਵੀ ਉਹ ਬਣੇ ਆ ਨਾ। ਤੇ ਅੱਜ ਕੱਲ ਉਹ ਕੀ ਰਹਿ ਗਈਆਂ, ਕਨਸਪੀਰੇਸੀਆਂ ਰਹਿ ਗਈਆਂ। ਕੋਈ ਕਹਿੰਦਾ ਏਲੀਅਨ ਨੇ ਬਣਾਇਆ, ਕੋਈ ਕਹਿੰਦਾ ਬਹੁਤ ਹੀ ਐਡਵਾਂਸਡ ਸਿਵਲਾਈਜੇਸ਼ਨ ਸੀ ਜਿਹੜੀ ਖਤਮ ਹੋ ਗਈ ਹੁਣ। ਮਤਲਬ ਅਲੱਗ-ਅਲੱਗ ਥਿਊਰੀਜ਼ ਬਣ ਜਾਂਦੀਆਂ ਨਾ ਫਿਰ, ਤੇ ਪਰ ਉਹ ਸੱਚ ਕੀ ਆ ਉਹ ਤੱਕ ਆਪਾਂ ਨਹੀਂ ਪਹੁੰਚ ਸਕਦੇ, ਠੀਕ ਹੈ ਜੀ। ਉਸੇ ਤਰ੍ਹਾਂ ਜੋ ਇਹ ਚੀਜ਼ਾਂ ਹੋਈਆਂ ਨਾ, ਇਹਨਾਂ ਨੂੰ ਇਦਾਂ ਹੀ ਡਿਨਾਈ ਕਰ ਦੇਣਾ ਕਿ ਮੈਂ ਤਾਂ ਸਿੱਖ ਹਾਂ ਤੇ ਮੈਂ ਇਸਲਾਮ ਦੇ ਵਿੱਚ ਆਹ ਚੀਜ਼ਾਂ ਲੈ, ਮੈਂ ਤਾਂ ਚਮਤਕਾਰ, ਮੈਂ ਤਾਂ ਨਹੀਂ ਮੰਨਦਾ। ਸੋ ਮੈਂ ਇਹ ਚੀਜ਼ ਨਹੀਂ ਕਰਦਾ ਹੁੰਦਾ, ਠੀਕ ਹੈ। ਮੈਂ ਇਹਦੀ ਚੰਗੀ ਤਰ੍ਹਾਂ ਇਹਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਦਾ ਤੇ ਮੈਨੂੰ ਨਾ ਉਹ ਪੁਆਇੰਟ ਵੈਲਿਡ ਵੀ ਲੱਗਦੇ ਆ ਵੀ ਜੇ ਸਨਾਤਨ ਦੇ ਵਿੱਚ ਰਿੱਧੀਆਂ ਸਿੱਧੀਆਂ ਕੋਈ ਬੰਦਾ ਅਚੀਵ ਕਰ ਸਕਦਾ ਤਾਂ ਬਈ ਇਸਲਾਮ ਦੇ ਵਿੱਚ ਵੀ ਜੋ ਪੈਗੰਬਰ ਹੈ ਉਹਨਾਂ ਦੇ ਕੋਲ ਵੀ ਇੰਨੀ ਕੁ ਪਾਵਰ ਤਾਂ ਹੋਊਗੀ ਨਾ ਕਿ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਟੈਕਲ ਕਰ ਸਕਣ, ਠੀਕ ਹੈ। ਜੇ ਸਿੱਖਾਂ ਦੇ 10 ਗੁਰੂ ਸਾਹਿਬਾਨ ਅਸੀਂ ਕਹਿੰਦੇ ਆ ਕਿ ਉਹ ਸਰਵ ਉੱਚ ਨੇ, ਉਹਨਾਂ ਦੇ ਵਿੱਚ ਵੀ ਬਹੁਤ ਪਾਵਰ ਸੀਗੀਆਂ, ਉਹਨਾਂ ਦਾ ਮਾਈਂਡ ਬਹੁਤ ਸਟਰੋਂਗ ਸੀਗਾ, ਉਹਨਾਂ ਨੇ ਵੀ ਬਹੁਤ ਬਾਣੀ ਰਚੀ ਆ, ਉਹਨਾਂ ਨੂੰ ਵੀ ਸਭ ਚੀਜ਼ਾਂ ਦਾ ਪਤਾ ਸੀਗਾ। ਪਰ ਇਹ ਜਿੰਨੇ ਵੀ ਪੀਰ ਪੈਗੰਬਰ, ਗੁਰੂ, ਰਿਸ਼ੀ ਮੁਨੀ ਜਾਂ ਜਿੰਨੇ ਵੀ ਧਾਰਮਿਕ ਜਿਹੜੇ ਫਿਗਰਸ ਹੈਗੇ ਨਾ, ਇਹਨਾਂ ਨੇ ਕਦੇ ਵੀ ਡਾਇਰੈਕਟ ਜਿਹੜਾ ਚਮਤਕਾਰ ਨਹੀਂ ਦਿਖਾਇਆ, ਠੀਕ ਹੈ। ਤਾਂ ਉਹਦਾ ਵੀ ਇੱਕ ਰੀਜ਼ਨ ਆ ਕਿ ਜੇਕਰ ਉਹ ਇਹ ਚੀਜ਼ਾਂ ਕਰ ਦਿੰਦੇ ਤਾਂ ਉਸ ਤੋਂ ਬਾਅਦ ਕੀ ਹੁੰਦਾ। ਮੰਨ ਲਓ ਹੁਣ ਕਰਬਲਾ ਦਾ ਯੁੱਧ ਹੋਇਆ ਹਨਾ, ਹੋਰ ਵੀ ਬਹੁਤ ਸਾਰੇ ਮੁਸਲਮਾਨ ਸ਼ਹੀਦ ਹੋਏ, ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਸ਼ਹੀਦ ਹੋਏ, ਹਿੰਦੂਆਂ ਦੇ ਵਿੱਚ ਵੀ ਇਹ ਚੀਜ਼ਾਂ ਹੋਈਆਂ ਹਨਾ। ਤਾਂ ਮਤਲਬ ਫਿਰ ਉਹ ਜੇ ਇੰਨੀ ਪਾਵਰ ਸੀਗੀ ਉਹਨਾਂ ਦੇ ਵਿੱਚ ਤਾਂ ਉਹ ਜੇ ਰੱਬ ਹੀ ਸੀ, ਲੋਕਾਂ ਦਾ ਮੰਨਣਾ ਇਹ ਹੁੰਦਾ ਨਾ ਕਿ ਭਗਵਾਨ ਹੈ। ਸੋ ਇਹ ਇੱਕ ਬਹੁਤ ਵੱਡੀ ਡਿਬੇਟ ਹੈ ਵੀ ਕਿ ਉਹ ਜੇ ਉਹ ਮੰਨਦੇ ਕਿ ਉਹ ਰੱਬ ਹੀ ਸੀ ਤਾਂ ਬਈ ਫਿਰ ਉਹਨਾਂ ਨੇ ਜਿਵੇਂ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਠੀਕ ਹੈ, ਤਾਂ ਫਿਰ ਉਹ ਜੇ ਉਹ ਜਾਦੂ ਕਰਨਾ ਹੁੰਦਾ ਤਾਂ ਉਹ ਜਾਦੂ ਕਰਕੇ ਬਚਾ ਲੈਂਦੇ, ਜਾਂ ਕਰਬਲਾ ਦਾ ਯੁੱਧ ਨਾ ਹੁੰਦਾ ਜਾਦੂ ਕਰਕੇ, ਠੀਕ ਹੈ। ਤਾਂ ਜਾਂ ਜਿਵੇਂ ਤੁਸੀਂ ਉਹ ਆਪਾਂ ਹਜ਼ਰਤ ਨੂਹ ਵਾਲੀ ਸਟੋਰੀ ਸੁਣਦੇ ਹਾਂ ਕਿ ਉਹਨਾਂ ਨੇ ਇੱਕ ਬੋਟ ਤਿਆਰ ਕੀਤੀ ਹੈ ਨਾ, ਤੇ ਉਹ ਚੀਜ਼ਾਂ ਹੋਈਆਂ ਤਾਂ ਫਿਰ ਉਹਨਾਂ ਨੇ ਰੱਬ ਦਾ ਹੁਕਮ ਫੋਲੋ ਕਿਉਂ ਕੀਤਾ ਜੇ ਉਹ ਖੁਦ ਹੀ ਰੱਬ ਸੀ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਨਾ ਸਮਝਣੀਆਂ ਪੈਣੀਆਂ ਡਿਟੇਲ ਦੇ ਵਿੱਚ। ਹੁਣ ਮੰਨ ਲਓ ਰਾਮ ਨੂੰ ਭਗਵਾਨ ਦਾ ਰੂਪ ਦਿੱਤਾ ਗਿਆ ਕਿ ਸ਼੍ਰੀ ਰਾਮ ਜੀ ਭਗਵਾਨ ਆ ਹਨਾ, ਤਾਂ ਜੇ ਰਾਮ ਭਗਵਾਨ ਸੀ ਤਾਂ ਰਾਮ ਨੂੰ ਤਾਂ ਸਾਰਾ ਕੁਝ ਪਤਾ ਹੋਣਾ ਚਾਹੀਦਾ। ਫਿਰ ਵੀ ਉਹਨਾਂ ਨੇ ਆਪਣੀ ਜੋ ਧਰਮ ਪਤਨੀ ਸੀ ਸੀਤਾ, ਉਹਨਾਂ ਤੇ ਕਿਸੇ ਦੇ ਕਹਿਣ ਤੇ ਸ਼ੱਕ ਕੀਤਾ ਕਿ ਇਹਦਾ ਰਾਵਣ ਕੋਲ ਕਿੰਨੇ ਸਾਲ ਲਾ ਕੇ ਆਈ ਹੈ ਤੇ ਇਹ ਹੁਣ ਪਵਿੱਤਰ ਨਹੀਂ ਰਹੀ, ਠੀਕ ਹੈ। ਤੇ ਰਾਮ ਨੂੰ ਤਾਂ ਸਾਰਾ ਕੁਝ ਪਤਾ ਸੀ, ਉਹਨਾਂ ਨੂੰ ਕੀ ਲੋੜ ਸੀਗੀ ਐਡਾ ਵੱਡਾ ਜਿਹੜਾ ਬ੍ਰਿਜ ਬਣਾ ਕੇ ਇੱਕ ਤੇ ਫਿਰ ਜਾ ਕੇ ਲੰਕਾ ਚੋਂ ਰਾਵਣ ਤੋਂ ਸੀਤਾ ਮਾਤਾ ਨੂੰ ਛੁਡਾਉਣ ਦੀ। ਸੋ ਮਤਲਬ ਇਹਨਾਂ ਗੱਲਾਂ ਨੂੰ ਆਪਾਂ ਨੂੰ ਸਮਝਣਾ ਪੈਣਾ ਵੀ ਜਦੋਂ ਇਹ ਚੀਜ਼ਾਂ ਬਹੁਤ ਪੁਰਾਣੀਆਂ ਹੋ ਜਾਂਦੀਆਂ ਨਾ, ਬਹੁਤ ਸਾਰੇ ਮਿੱਥ, ਬਹੁਤ ਸਾਰੀਆਂ ਮਿਥਿਹਾਸਕ ਗੱਲਾਂ ਇਹਦੇ ਨਾਲ ਜੁੜ ਜਾਂਦੀਆਂ। ਸੋ ਜਿਹੜੀ ਅੱਜ ਦੀ ਆਪਾਂ ਵੀਡੀਓ ਦੇਖੀ ਹੈ, ਬਿਲਕੁਲ ਇਹ ਚੀਜ਼ ਵੈਲਿਡ ਹੋ ਸਕਦੀ ਹੈ ਕਿ ਹਾਂ ਉਹਨਾਂ ਨੇ ਇਸ਼ਾਰਾ ਕੀਤਾ ਹੋਵੇ ਜੇ ਪਿਰਾਮਿਡ ਵਰਗੀਆਂ ਚੀਜ਼ਾਂ ਬਣ ਸਕਦੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਕਈ ਹਜ਼ਾਰਾਂ ਸਾਲ ਪਹਿਲਾਂ, ਠੀਕ ਹੈ, ਤਾਂ ਫਿਰ ਬਈ ਇਹ ਚੀਜ਼ਾਂ ਵੀ ਆਪਾਂ ਮੰਨ ਸਕਦੇ ਹਾਂ। ਇਹ ਤਾਂ ਕੋਈ 1400 ਸਾਲ ਪੁਰਾਣੀ ਗੱਲ ਹੈ, ਕੋਈ ਬਾਲੀ ਪੁਰਾਣੀ ਗੱਲ ਨਹੀਂ ਹੈ ਨਾ। ਪਿਰਾਮਿਡ ਵਾਲੀ ਗੱਲ ਤਾਂ ਬਹੁਤ ਪੁਰਾਣੀ ਚਲੀ ਜਾਂਦੀ ਹੈ। ਸੋ ਇਹ ਸੀ ਅੱਜ ਦੀ ਇੱਕ ਵੀਡੀਓ, ਮੇਰੇ ਖਿਆਲ ਬਹੁਤ ਹੀ ਸੋਹਣੀ ਵੀਡੀਓ ਸੀ, ਮੈਨੂੰ ਤਾਂ ਮਜ਼ਾ ਆਇਆ ਵੀਡੀਓ ਦੇਖ ਕੇ। ਤੇ ਸ਼ਾਇਦ ਮੇਰੀ ਗੱਲ ਕਈਆਂ ਨੂੰ ਮੇ ਵੀ ਸਮਝ ਨਾ ਲੱਗੀ ਹੋਵੇ, ਜਾਂ ਮੈਨੂੰ ਕਹਿਣਾ ਨਾ ਆਇਆ ਹੋਵੇ, ਐਕਸਪਲੇਨ ਨਾ ਕਰਨਾ ਆਇਆ ਹੋਵੇ, ਠੀਕ ਹੈ, ਤੇ ਜਾਂ ਹੋ ਸਕਦਾ ਮੈਂ ਕੁਝ ਗਲਤ ਬੋਲ ਗਿਆ ਹੋਵਾਂ, ਤਾਂ ਉਹਦੇ ਲਈ ਮਾਜ਼ਰਤ, ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਥੱਲੇ। ਐਂਡ ਪਿਆਰ ਤੇ ਸਦਭਾਵਨਾ ਨਾਲ ਆਪਾਂ ਇੱਕ ਵਧੀਆ ਜਿਹੜੀ ਗੱਲਬਾਤ ਡਿਸਕਸ਼ਨ ਹੈ ਜਿਹੜੀ ਉਹ ਆਪਾਂ ਕਰ ਸਕਦੇ ਹੁੰਦੇ ਹਾਂ ਨਾ। ਸੋ ਮੇਰਾ ਮੰਨਣਾ ਇਹੀ ਹੈ, ਬਾਕੀ ਵਾਹਿਗੁਰੂ ਮਿਹਰ ਕਰੇ, ਸਰਬੱਤ ਦਾ ਭਲਾ ਹੋਵੇ ਜੀ। ਮਿਲਦੇ ਆ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। Punjabi